ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਮਹਾਂਪੁਰਖ ਬਾਬਾ ਮਹਾ ਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਇੱਕ ਨਾ ਗ੍ਰੰਥੀ ਸੰਪੂਰਨ ਸਿੰਘ ਹੋਏ ਆ। ਇਹ ਜਿਹੜੇ ਗ੍ਰੰਥੀ ਸੰਪੂਰਨ ਸਿੰਘ ਸੀ ਇਹ 14 ਨੰਬਰ ਪਲਟਨ ਦੇ ਵਿੱਚ ਨੌਕਰੀ ਕਰਦੇ ਸੀ ਉਹਨਾਂ ਟਾਈਮਾਂ ਦੇ ਵਿੱਚ। ਇੱਕ ਵਾਰ ਇਹ ਜਥੇਦਾਰ ਹਰਨਾਮ ਸਿੰਘ ਉਹਨਾਂ ਦੇ ਨਾਲ ਦਰਸ਼ਨ ਕਰਨ ਵਾਸਤੇ ਭੁੱਚੋ ਪਹੁੰਚੇ ਸੀ। ਜਦ ਮਹਾਂਪੁਰਖਾਂ ਦੇ ਪਾਸ ਆਏ ਤਾਂ ਗ੍ਰੰਥੀ ਸੰਪੂਰਨ ਸਿੰਘ ਨੇ 100 ਰੁਪਈਆ ਰੱਖ ਕੇ ਮੱਥਾ ਟੇਕਿਆ। ਜਦੋਂ ਮੱਥਾ ਟੇਕਿਆ ਤਾਂ ਬਾਬਾ ਜੀ ਨੇ ਸੇਵਾਦਾਰ ਨੂੰ ਕਿਹਾ ਕਿ ਇਹ ਜਿਹੜਾ 100 ਰੁਪਈਆ ਨਾ ਇਹ ਗ੍ਰੰਥੀ ਸੰਪੂਰਨ ਸਿੰਘ ਦੀ ਜਿਹੜੀ ਪੱਗ ਹੈਗੀ ਆ ਉਹਦਾ ਜਿਹੜਾ ਲੜ ਹੈ ਉਹਦੇ ਨਾਲ ਬੰਨ੍ਹ ਦਿਓ। ਦੇਖੋ ਜੀ, ਗ੍ਰੰਥੀ ਸਿੰਘ ਨੇ 7 ਵਚਨ ਕਹਿ ਕੇ ਉਹ 100 ਰੁਪਈਆ ਗ੍ਰੰਥੀ ਸੰਪੂਰਨ ਸਿੰਘ ਦੀ ਪੱਗ ਦੀ ਲੜ ਜੋ ਲਟਕ ਰਹੀ ਸੀ ਉਹਦੇ ਨਾਲ ਬੰਨ੍ਹ ਦਿੱਤਾ। ਜਦੋਂ ਬੰਨਿਆ ਹੈਗਾ ਤਾਂ ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਕਿਹਾ, ਕਹਿੰਦੇ ਭਾਈ ਵੀ ਤੇਰਾ ਕਾਰੋਬਾਰ ਚੰਗਾ ਚੱਲੇਗਾ ਅਤੇ ਤੂੰ ਮੁਰੱਬਿਆਂ ਦਾ ਮਾਲਕ ਹੋਊਗਾ, ਇਸ ਕਰਕੇ ਇਹ ਜਿਹੜਾ 100 ਰੁਪਈਆ ਹੈ ਨਾ ਇਹ ਤੈਨੂੰ ਅਸੀਂ ਖਜ਼ਾਨਾ ਬਖਸ਼ ਦਿੱਤਾ ਹੈਗਾ। ਇਸ ਤਰ੍ਹਾਂ ਇੱਕ ਹੋਰ ਪ੍ਰੇਮੀ ਉਸ ਤੋਂ ਬਾਅਦ ਆਇਆ, ਉਸਨੇ ਬਾਬਾ ਜੀ ਦੇ ਅੱਗੇ ਨਾ 84 ਰੁਪਈਏ ਰੱਖ ਕੇ ਮੱਥਾ ਟੇਕਿਆ। ਜਦ ਮੱਥਾ ਟੇਕਿਆ ਤਾਂ ਮਹਾਂਪੁਰਖਾਂ ਨੇ ਉਹ ਵੀ ਜਿਹੜੇ ਰੁਪਈਏ ਸੀ ਉਹਦੀ ਪੱਗ ਦੇ ਲੜ ਦੇ ਨਾਲ ਬੰਨ੍ਹ ਦਿੱਤੇ। ਅਤੇ ਫਿਰ ਉਸ ਪ੍ਰੇਮੀ ਨੇ ਬੇਨਤੀ ਕੀਤੀ, ਕਹਿੰਦੇ ਮਹਾਂਪੁਰਖੋ ਜਿਹੜਾ ਪਟਿਆਲੀਆ ਰਾਜਾ ਨਾ ਕਹਿੰਦੇ ਵੀ ਉਹਨੇ ਮੇਰੇ ਭਰਾ ਨੂੰ ਕੈਦ ਕੀਤਾ ਹੈਗਾ, ਕਾਫੀ ਸਾਲ ਹੋ ਗਏ ਆ ਅਤੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਫਿਰ ਮਹਾਂਪੁਰਖਾਂ ਨੇ ਉਸ ਨੂੰ ਵਚਨ ਦਿੱਤਾ ਸੀ, ਕਹਿੰਦੇ ਭਾਈ ਸਵੇਰੇ ਕੱਲ੍ਹ ਜਦੋਂ ਨਿਰਣਾ ਕਾਲਜਾ ਹੋਊਗਾ, ਜਦ ਚਾਹ ਦਾ ਟਾਈਮ ਹੋਊਗਾ ਨਾ ਅਤੇ ਤੇਰਾ ਭਰਾ ਘਰ ਆ ਕੇ ਤੈਨੂੰ ਆਵਾਜ਼ਾਂ ਦਊਗਾ। ਸੋ ਇਹ ਵੀ ਉਹਦੇ ਭਰਾ ਦੀ ਬੰਦ ਖਲਾਸੀ ਮਹਾਂਪੁਰਖਾਂ ਨੇ ਆਪਣੇ ਵਚਨ ਨਾਲ ਕੀਤੀ ਸੀ। ਉਸ ਤੋਂ ਬਾਅਦ ਫਿਰ ਇੱਕ ਪ੍ਰੇਮੀ ਮਿਸ਼ਰੀ ਲੈ ਕੇ ਆਇਆ ਸੀ ਉਹਨਾਂ ਟਾਈਮਾਂ ਦੇ ਵਿੱਚ। ਜਦੋਂ ਉਹਨੇ ਮਿਸ਼ਰੀ ਲਿਆਂਦੀ ਤਾਂ ਫਿਰ ਹੈ ਨਾ ਮਹਾਂਪੁਰਖਾਂ ਨੇ ਭਾਈ ਨੀਲਾ ਸਿੰਘ ਨੂੰ ਜਿਹੜਾ ਸੀ ਇਹ ਕਿਹਾ, ਕਹਿੰਦੇ ਵੀ ਅੰਦਰ ਜਾ ਕੇ ਦੇਖ ਕਿੰਨੀ ਕੁ ਮਿਸ਼ਰੀ ਪਈ ਆ। ਜਦ ਭਾਈ ਨੀਲਾ ਸਿੰਘ ਅੰਦਰ ਗਏ ਸੀ ਤਾਂ ਉਹਨਾਂ ਨੇ ਮਹਾਂਪੁਰਖਾਂ ਨੂੰ ਬਾਅਦ 'ਚ ਦੱਸਿਆ, ਕਹਿੰਦੇ ਵੀ 3 ਕੁ ਪਾਈਆ ਮਿਸ਼ਰੀ ਪਈ ਆ। ਅਤੇ ਮਹਾਂਪੁਰਖ ਕਹਿਣ ਲੱਗੇ ਵੀ ਆਹ ਜਿਹੜੀ ਤੇਰੀ ਮਿਸ਼ਰੀ ਆ ਨਾ ਇਹ ਹਜੇ ਸਾਨੂੰ ਨਹੀਂ ਚਾਹੀਦੀ, ਸਾਡੇ ਕੋਲ ਹਜੇ ਬਥੇਰੀ ਪਈ ਆ। ਜਦ ਇੰਨੀ ਗੱਲ ਹੋਈ ਆ ਤਾਂ ਫਿਰ ਮਹਾਂਪੁਰਖਾਂ ਨੇ ਉਹਨੂੰ ਕਿਹਾ, ਕਹਿੰਦੇ ਪ੍ਰੇਮੀਆ ਅਗਰ ਕੋਈ ਪ੍ਰਸ਼ਨ ਹੈ ਤਾਂ ਦੱਸ। ਜਦ ਇੰਨੀ ਗੱਲ ਹੋਈ ਤਾਂ ਫਿਰ ਉਹ ਪ੍ਰੇਮੀ ਕਹਿਣ ਲੱਗਾ ਕਿ ਮਹਾਂਪੁਰਖੋ ਤੁਸੀਂ ਮੇਰੀ ਲਿਆਂਦੀ ਹੋਈ ਭੇਟਾ ਤਾਂ ਮਨਜ਼ੂਰ ਨਹੀਂ ਕੀਤੀ, ਹੋਰ ਮੈਂ ਪ੍ਰਸ਼ਨ ਕੀ ਕਰਨਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਅਗਰ ਕੋਈ ਮਨ ਦਾ ਬਲਬਲਾ ਹੈ ਤਾਂ ਭਾਈ ਤੂੰ ਸਾਂਝਾ ਕਰ ਲਾ। ਜਦ ਇੰਨੀ ਗੱਲ ਹੋਈ ਤਾਂ ਉਹ ਪ੍ਰੇਮੀ ਕਹਿਣ ਲੱਗਾ, ਕਹਿੰਦਾ ਮਹਾਂਪੁਰਖੋ ਆਇਆ ਤਾਂ ਮੈਂ ਬੜੀ ਆਸਾਂ ਦੇ ਨਾਲ ਸੀਗਾ ਅਤੇ ਪਰ ਮੈਨੂੰ ਲੱਗਦਾ ਹੈਗਾ ਕਿ ਮੈਂ ਹੁਣ ਤੁਹਾਡੇ ਨਾਲ ਕੀ ਗੱਲ ਕਰਾਂ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿੰਦੇ ਭਾਈ ਕੋਈ ਗੱਲ ਅੰਦਰ ਲੁਕੋ ਕੇ ਨਹੀਂ ਰੱਖੀ ਦੀ, ਤੇਰੀਆਂ ਆਸਾਂ ਪੂਰੀਆਂ ਹੋਣਗੀਆਂ, ਦੱਸ ਕੀ ਚਾਹੀਦਾ ਤੈਨੂੰ। ਜਦ ਮਹਾਂਪੁਰਖਾਂ ਨੇ ਜਿਹੜਾ ਸੀ ਇਹ ਉਹਦੇ ਨਾਲ ਵਚਨ ਕੀਤਾ ਤਾਂ ਫਿਰ ਉਹਨੇ ਕਿਹਾ, ਕਹਿੰਦਾ ਮਹਾਂਪੁਰਖੋ ਵੀ ਮੈਂ ਗਰੀਬ ਹਾਂ, ਮੇਰਾ ਸਭ ਕੁਝ ਰੁੜ ਗਿਆ ਹੈਗਾ ਅਤੇ ਜਿਹੜੇ ਸਾਡੇ ਆਲੇ ਦੁਆਲੇ ਦੇ ਗੁਆਂਢੀ ਕਹਿੰਦੇ ਮੈਨੂੰ ਬੜਾ ਤੰਗ ਕਰਦੇ ਆ, ਜਿਸ ਕਰਕੇ ਪੈਸਾ ਤਾਂ ਇੱਕ ਪਾਸੇ ਜੋੜਨਾ ਰਿਹਾ, ਮੇਰਾ ਤਾਂ ਧਰਮ ਵੀ ਚਲਿਆ ਗਿਆ ਹੈਗਾ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਪੈਸੇ ਦੀ ਤਾਂ ਅਸੀਂ ਗੱਲ ਸਮਝਦੇ ਹਾਂ, ਤੇਰਾ ਧਰਮ ਕਿਵੇਂ ਚਲੇ ਗਿਆ। ਉਹ ਕਹਿਣ ਲੱਗਾ ਵੀ ਜਿਹੜੇ ਆਂਢੀ ਗੁਆਂਢੀ ਹੈ ਨਾ ਮੈਨੂੰ ਘਰੋਂ ਨਿਕਲਣ ਹੀ ਨਹੀਂ ਦਿੰਦੇ, ਅਤੇ ਜੇ ਮੈਂ ਨਿਕਲੂੰਗਾ ਨਹੀਂ ਤਾਂ ਫਿਰ ਮੈਂ ਆਪ ਦੀ ਸੇਵਾ ਜਾਂ ਮਹਾਂਪੁਰਖਾਂ ਦੀ ਸੇਵਾ ਕਿਵੇਂ ਕਰਾਂਗਾ, ਧਰਮ ਕਿਵੇਂ ਕਮਾਵਾਂਗਾ। ਜਦ ਇੰਨੀ ਗੱਲ ਹੋਈ ਤਾਂ ਫਿਰ ਮਹਾਂਪੁਰਖਾਂ ਨੇ ਉਹਨੂੰ ਕਿਹਾ, ਕਹਿੰਦੇ ਭਾਈ ਤੂੰ ਇਸ ਤਰ੍ਹਾਂ ਕਰਿਆ ਕਰ, ਇੱਕ ਅਸੀਂ ਤੈਨੂੰ ਹੁਣ ਪੰਕਤੀ ਗੁਰਬਾਣੀ ਦੀ ਦੇਂਦੇ ਹਾਂ, ਉਹਦਾ ਰੋਜ਼ ਸਿਮਰਨ ਕਰਿਆ ਕਰ, ਫਿਰ ਤੂੰ ਦੇਖੀ ਤੇਰੇ ਜਿਹੜੇ ਕਾਰਜ ਕਿਵੇਂ ਸਵਰਦੇ ਆ। ਫਿਰ ਮਹਾਂਪੁਰਖਾਂ ਨੇ ਉਸ ਨੂੰ ਜਿਹੜੀ ਪੰਕਤੀ ਦਿੱਤੀ ਸੀ ਉਹਦੇ ਵਿੱਚ ਮੈਂ ਮਹਾਂਪੁਰਖਾਂ ਨੇ ਦੱਸਿਆ ਸੀਗਾ, ਕਹਿੰਦੇ ਭਾਈ ਜਿਸ ਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਇਸ ਪੰਕਤੀ ਦਾ ਉਚਾਰਨ ਬਸ ਆਪਣੀ ਰਸਨਾ 'ਤੇ ਰੋਜ਼ ਕਰਦਾ ਰਿਹਾ ਕਰ, ਸਮਾਂ ਆਊਗਾ ਜਦੋਂ ਤੇਰੇ ਦਿਨ ਬਦਲ ਜਾਣਗੇ। ਫਿਰ ਦੇਖੋ ਉਸ ਤੋਂ ਬਾਅਦ ਫਿਰ ਉਸ ਪ੍ਰੇਮੀ ਦੀਆਂ ਲਹਿਰਾਂ ਵਹਿਰਾਂ ਹੋ ਗਈਆਂ ਸੀ। ਇਸੇ ਤਰ੍ਹਾਂ ਜਿਹੜਾ ਜਥੇਦਾਰ ਹਰਨਾਮ ਸਿੰਘ ਸੀ, ਜਿਹੜਾ ਗ੍ਰੰਥੀ ਸੰਪੂਰਨ ਸਿੰਘ ਨਾਲ ਆਇਆ ਸੀ, ਉਹਦੀ ਇੱਕ ਮਾਤਾ ਜਿਹਦਾ ਨਾਂ ਜਿਉਣ ਕੌਰ ਸੀ, ਉਹ ਵੀ ਹੈ ਨਾ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਉਂਦੀ ਹੁੰਦੀ ਸੀ। ਸੋ ਇੱਕ ਦਿਨ ਜਦੋਂ ਦਰਸ਼ਨ ਕਰਨ ਆਈ ਉਹਨੇ ਕੀ ਦੇਖਿਆ ਕਿ ਮਹਾਂਪੁਰਖਾਂ ਦੇ ਅਸਥਾਨ ਦੇ ਅੰਦਰ ਘੱਗਰੀਆਂ ਹੀ ਘੱਗਰੀਆਂ ਪਈਆਂ ਨਜ਼ਰ ਆਈਆਂ। ਜਦ ਉਹਨੇ ਇਹ ਘੱਗਰੀਆਂ ਇੰਨੀਆਂ ਜਿਹੜੀਆਂ ਸੀ ਉਹ ਦੇਖੀਆਂ, ਉਹ ਸੋਚ ਕੇ ਬੜੀ ਹੈਰਾਨ ਹੋਈ, ਇੰਨੀਆਂ ਘੱਗਰੀਆਂ ਕਿੱਥੋਂ ਆ ਗਈਆਂ। ਉਹਨੇ ਜਾ ਕੇ ਨਾ ਬਾਬਾ ਜੀ ਦੇ ਅੱਗੇ ਜਾ ਕੇ ਜਦ ਮੱਥਾ ਟੇਕ ਕੇ ਪ੍ਰਸ਼ਨ ਕੀਤਾ ਕਿ ਮਹਾਂਪੁਰਖੋ ਅੱਗੇ ਵੀ ਮੈਂ ਦਰਸ਼ਨਾਂ ਵਾਸਤੇ ਆਉਂਦੀ ਹਾਂ, ਪਰ ਅੱਜ ਮੈਂ ਇੱਕ ਚੀਜ਼ ਨਵੀਂ ਦੇਖੀ ਆ। ਮਹਾਂਪੁਰਖ ਕਹਿਣ ਲੱਗੇ ਕੀ ਦੇਖਿਆ, ਕਹਿੰਦੇ ਵੀ ਤੁਹਾਡੇ ਸਥਾਨ 'ਤੇ ਘੱਗਰੀਆਂ ਪਈਆਂ ਹੈਗੀਆਂ, ਇੰਨੀਆਂ ਘੱਗਰੀਆਂ ਕਿੱਥੋਂ ਆਈਆਂ ਹੈ। ਅਤੇ ਬਾਬਾ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਭਾਈ ਜਿੱਥੋਂ ਆਈਆਂ ਉੱਥੇ ਚਲੀਆਂ ਜਾਣੀਆਂ, ਤੂੰ ਇਹਦਾ ਫਿਕਰ ਨਾ ਕਰ। ਜਦ ਇੰਨੀ ਗੱਲ ਹੋਈ ਉਹ ਚੁੱਪ ਕਰ ਗਈ। ਉਸ ਤੋਂ ਬਾਅਦ ਫਿਰ ਜਦ ਉਹ ਉੱਠ ਕੇ ਫਿਰ ਕੁਛ ਟਾਈਮ ਬਾਅਦ ਬਾਹਰ ਗਈ, ਜਦ ਕੀ ਦੇਖਿਆ ਤਾਂ ਬਾਹਰ ਕੋਈ ਵੀ ਘੱਗਰੀ ਉਹਨੂੰ ਨਜ਼ਰ ਨਹੀਂ ਆਈ, ਸਾਰੇ ਪਾਸੇ ਪਹਿਲੇ ਤਰ੍ਹਾਂ ਹੀ ਹੋ ਗਿਆ।
ਜਦ ਇਹ ਦ੍ਰਿਸ਼ ਉਹਨੇ ਦੁਬਾਰਾ ਫਿਰ ਦੇਖਿਆ, ਬੜੀ ਹੈਰਾਨ ਹੋਈ। ਫਿਰ ਦੁਬਾਰਾ ਮਹਾਂਪੁਰਖਾਂ ਦੇ ਪਾਸ ਆ ਗਈ। ਜਦ ਬਾਬਾ ਜੀ ਦੇ ਪਾਸ ਆਈ, ਬਾਬਾ ਜੀ ਨੂੰ ਕਹਿੰਦੀ, ਬਾਬਾ ਜੀ ਇੰਨੀਆਂ ਘੱਗਰੀਆਂ ਪਈਆਂ ਸੀ, ਉਹ ਕਿੱਧਰ ਚਲੇ ਗਈਆਂ? ਅਤੇ ਮਹਾਂਪੁਰਖ ਆਖਣ ਲੱਗੇ, ਕਹਿੰਦੇ ਭਾਈ ਇਹ ਕਲਯੋਗਣਾ ਦੀਆਂ ਘੱਗਰੀਆਂ ਸੀਗੀਆਂ, ਇਹ ਜਿੱਧਰੋਂ ਆਈਆਂ ਸੀ ਉਹਨਾਂ ਪਾਸੇ ਚਲੀਆਂ ਗਈਆਂ ਹੈ। ਉਸ ਤੋਂ ਬਾਅਦ ਫਿਰ ਉਹ ਬੀਬੀ ਜਿਹੜੀ ਸੀ ਜੀਵਨ ਕੌਰ, ਉਹ ਚੁੱਪ ਕਰ ਗਈ ਸੀਗੀ। ਇਸੇ ਤਰ੍ਹਾਂ ਇੱਕ ਵਾਰ ਦੱਸਦੇ ਆ ਕਿ ਹੈ ਨਾ, ਪੰਡਤਾਂ ਦੀ ਬਰਾਤ ਆਈ। ਜਦ ਪੰਡਤਾਂ ਦੀ ਬਰਾਤ ਆਈ ਆ ਅਤੇ ਉਹਦੇ ਵਿੱਚੋਂ ਇੱਕ ਹੈ ਨਾ ਮਜ਼੍ਹਬੀ ਬਰਾਤੀ ਜਿਹਦਾ ਨਾਮ ਮੱਗੂ ਸੀਗਾ, ਮਹਾਂਪੁਰਖਾਂ ਦੇ ਦਰਸ਼ਨ ਕਰਨ ਆਇਆ। ਜਦ ਦਰਸ਼ਨ ਕਰਨ ਆਇਆ ਤਾਂ ਬਾਬਾ ਜੀ ਨੇ ਫਿਰ ਉਹਦਾ ਨਾਮ ਪਤਾ ਗੋਤ ਪੁੱਛਿਆ। ਫਿਰ ਉਹਨੂੰ ਪੁੱਛਿਆ, ਭਾਈ ਕਿੱਦਾਂ ਆਇਆ? ਉਹ ਕਹਿਣ ਲੱਗਾ, ਜੀ ਮੈਂ ਬਰਾਤ ਦੇ ਵਿੱਚ ਆਇਆ ਹਾਂ। ਅਤੇ ਬਾਬਾ ਜੀ ਕਹਿਣ ਲੱਗੇ, ਅੱਛਾ। ਕਹਿੰਦੇ ਇਹ ਦੱਸ ਬਰਾਤ ਵਾਪਸ ਕਿੱਦਣ ਜਾਣੀ ਆ? ਅਤੇ ਉਹ ਕਹਿਣ ਲੱਗਾ, ਜੀ ਅੱਜ ਹੀ ਅਸੀਂ ਸ਼ਾਮ ਨੂੰ ਵਾਪਸ ਮੁੜ ਜਾਣਾ ਹੈਗਾ। ਅਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਨਹੀਂ ਭਾਈ ਅੱਜ ਨਹੀਂ, ਤੁਸੀਂ ਕੱਲ੍ਹ ਨੂੰ ਜਾਓਗੇ। ਜਦ ਇੰਨੀ ਗੱਲ ਸੀ, ਉਹ ਕਹਿਣ ਲੱਗਾ, ਨਹੀਂ ਮਹਾਂਪੁਰਖੋ, ਅੱਜ ਹੀ ਜਿਹੜੀ ਸਾਡੀ ਤਿਆਰੀ ਕਰ ਲਈ ਆ, ਸਾਰੀ ਬਰਾਤ ਨੇ ਅੱਜ ਹੀ ਚਲੇ ਜਾਣਾ। ਇਹ ਕਹਿ ਕੇ ਉਹ ਜਦ ਮੰਗੂ ਜਿਹੜਾ ਸੀ ਜਦ ਗਿਆ, ਉਹਨੇ ਕੀ ਦੇਖਿਆ, ਥੋੜ੍ਹੇ ਚਿਰ ਬਾਅਦ ਜਦੋਂ ਬਰਾਤ ਦੀ ਤਿਆਰੀ ਕੀਤੀ ਤਾਂ ਬਹੁਤ ਭਾਰੀ ਬਾਰਿਸ਼ ਹੋਣੀ ਸ਼ੁਰੂ ਹੋ ਗਈ। ਜਦ ਬਾਰਿਸ਼ ਹੋਣੀ ਸ਼ੁਰੂ ਹੋ ਗਈ, ਸਾਰੇ ਬਰਾਤੀ ਰੁਕ ਗਏ। ਜਦ ਸਾਰੇ ਬਰਾਤੀ ਰੁਕ ਗਏ, ਫਿਰ ਉਸ ਤੋਂ ਬਾਅਦ ਫਿਰ ਉਸ ਮੰਗੂ ਨੇ ਸਾਰੀ ਬਰਾਤ ਵਾਲਿਆਂ ਨੂੰ ਦੱਸਿਆ ਕਿ ਇੱਥੇ ਇੱਕ ਮਹਾਂਪੁਰਖ ਆ, ਮੈਂ ਉਹਨਾਂ ਦੇ ਦਰਸ਼ਨ ਕਰਨ ਗਿਆ ਸੀ ਅਤੇ ਉਹਨਾਂ ਨੇ ਮੈਨੂੰ ਪੁੱਛਿਆ ਸੀਗਾ ਵੀ ਤੁਸੀਂ ਕਦੋਂ ਵਾਪਸ ਜਾਣਾ? ਕਹਿੰਦੇ ਮੈਂ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਅੱਜ ਜਾਣਾ। ਉਹਨੇ ਕਿਹਾ ਸੀ ਕੱਲ੍ਹ ਨੂੰ। ਦੇਖੋ ਉਹਨਾਂ ਦਾ ਵਚਨ ਸੱਤ ਹੋ ਗਿਆ। ਜਦ ਇੰਨੀ ਗੱਲ ਹੋਈ ਤਾਂ ਉਸ ਤੋਂ ਬਾਅਦ ਫਿਰ ਸਾਰੇ ਜਿਹੜੇ ਬਰਾਤੀ ਸੀ ਉਹ ਮਹਾਂਪੁਰਖਾਂ ਦੇ ਦਰਸ਼ਨ ਕਰਨ ਆਏ। ਜਦ ਬਾਬਾ ਜੀ ਦੇ ਦਰਸ਼ਨ ਕਰਨ ਆਏ, ਸਭ ਨੇ ਆ ਕੇ ਮਹਾਂਪੁਰਖਾਂ ਦੇ ਚਰਨਾਂ 'ਚ ਨਮਸਕਾਰ ਕੀਤੀ। ਫਿਰ ਉਹਨੇ ਸਾਰੇ ਬਰਾਤੀਆਂ ਨੇ ਇੱਕ ਗੱਲ ਮਹਾਂਪੁਰਖਾਂ ਨਾਲ ਸਾਂਝੀ ਕੀਤੀ। ਕਹਿਣ ਲੱਗੇ, ਮਹਾਂਪੁਰਖੋ ਵੀ ਸਾਡੇ ਨਗਰ ਦੇ ਵਿੱਚ ਕਿਤੇ ਕਿਤੇ ਬਿਮਾਰੀ ਦਾ ਬੜਾ ਜ਼ੋਰ ਪੈ ਜਾਂਦਾ ਹੈ ਅਤੇ ਸਾਨੂੰ ਸਮਝ ਨਹੀਂ ਆਉਂਦੀ ਵੀ ਉਸ ਟਾਈਮ ਅਸੀਂ ਕੀ ਕਰੀਏ। ਅਤੇ ਫਿਰ ਮਹਾਂਪੁਰਖਾਂ ਨੇ ਆਖਿਆ ਸੀਗਾ ਕਿ ਜਿਸ ਸਮੇਂ ਤੁਹਾਡੇ ਨਗਰ ਦੇ ਵਿੱਚ ਕੋਈ ਬਿਮਾਰੀ ਆਵੇ ਨਾ, ਉਸ ਟਾਈਮ ਕਹਿੰਦੇ ਨਗਰ ਦੀਆਂ ਜਿੰਨੀਆਂ ਵੀ ਕੰਨਿਆਂ ਹੁੰਦੀਆਂ ਨਾ, ਉਹਨਾਂ ਨੂੰ ਕਹਿੰਦੇ ਤੁਸੀਂ ਭੋਜਨ ਛਕਾਇਆ ਕਰੋ। ਸੋ ਉਸ ਤੋਂ ਬਾਅਦ ਕਹਿੰਦੇ ਵੀ ਤੁਹਾਡੇ ਬਿਮਾਰੀ ਦਾ ਸਾਰਾ ਜਿਹੜੀ ਰੋਕਥਾਮ ਹੈਗੀ ਆ ਉਹ ਇਸ ਤਰ੍ਹਾਂ ਹੋ ਜੂਗੀ। ਉਹ ਫਿਰ ਨਗਰ ਵਾਲੇ ਇਸ ਤਰ੍ਹਾਂ ਹੀ ਕਰਦੇ ਸੀਗੇ ਕਿ ਅਗਰ ਇਸ ਤਰ੍ਹਾਂ ਦਾ ਕੋਈ ਖਦਸ਼ਾ ਦੇਖਦੇ ਸੀਗੇ ਅਤੇ ਆਪਣੇ ਨਗਰ ਦੀਆਂ ਜਿੰਨੀਆਂ ਵੀ ਛੋਟੀਆਂ ਕੰਨਿਆਂ ਸੀ ਉਹਨਾਂ ਨੂੰ ਬਿਠਾ ਕੇ ਇਹ ਫਿਰ ਭੋਜਨ ਛਕਾਉਂਦੇ ਹੁੰਦੇ ਸੀ। ਸੋ ਇਸੇ ਤਰ੍ਹਾਂ ਹੈ ਨਾ, ਇੱਕ ਭਾਈ ਅਰਜਨ ਸਿੰਘ ਹੋਏ ਆ ਅਤੇ ਉਹਨਾਂ ਦੀ ਜਿਹੜੀ ਘਰਵਾਲੀ, ਉਹਦਾ ਨਾਂ ਸੀ ਮਾਈ ਹਰਨਾਮ ਕੌਰ। ਇਹ ਦੋਨੇ ਸੇਵਾ ਕਰਦੇ ਸੀਗੇ। ਸੇਵਾ ਕਰਦੇ ਕਰਦੇ ਇੱਕ ਵਾਰ ਭਾਈ ਅਰਜਨ ਸਿੰਘ ਜਿਹੜੇ ਸੀਗੇ ਬਿਮਾਰ ਹੋ ਗਏ। ਜਦ ਬਿਮਾਰ ਹੋ ਗਏ ਤਾਂ ਮਾਈ ਹਰਨਾਮ ਕੌਰ ਜਿਹੜੀ ਸੀਗੀ, ਇਹ ਕੁਛ ਟਾਈਮ ਮਹਾਂਪੁਰਖਾਂ ਦੇ ਸਥਾਨ 'ਤੇ ਸੇਵਾ ਕਰਨ ਨਹੀਂ ਪਹੁੰਚੀ। ਜਦ ਸੇਵਾ ਕਰਨ ਨਹੀਂ ਪਹੁੰਚੀ ਤਾਂ ਮਹਾਂਪੁਰਖਾਂ ਨੇ ਆਪਣਾ ਸੇਵਕ ਭੇਜਿਆ। ਫਿਰ ਇਹ ਮਾਈ ਹਰਨਾਮ ਕੌਰ ਜਦ ਜਿਹੜੇ ਸੀ ਉਹ ਮਹਾਂਪੁਰਖਾਂ ਦੇ ਸਥਾਨ 'ਤੇ ਗਈ ਅਤੇ ਬਾਬਾ ਜੀ ਨੇ ਪੁੱਛਿਆ ਵੀ ਕੀ ਗੱਲ ਆ, ਤੁਸੀਂ ਸੇਵਾ ਤੋਂ ਕਿਉਂ ਗੈਰ ਹਾਜ਼ਰ ਰਹਿਣ ਲੱਗ ਪਏ? ਫਿਰ ਉਹ ਮਾਈ ਨੇ ਦੱਸਿਆ ਸੀਗਾ, ਕਹਿੰਦੇ ਮਹਾਂਪੁਰਖੋ ਚਿੱਤ ਤਾਂ ਬੜਾ ਕਰਦਾ ਕਿ ਸੇਵਾ ਦੇ ਵਿੱਚ ਨਾਗਾ ਨਾ ਪਾਈਏ, ਪਰ ਮੇਰਾ ਜਿਹੜਾ ਪਤੀ ਅਰਜਨ ਸਿੰਘ ਹੈਗਾ ਉਹ ਹੁਣ ਜ਼ਿਆਦਾ ਬਿਮਾਰ ਹੋ ਗਿਆ ਹੈਗਾ ਅਤੇ ਤੁਸੀਂ ਕਿਰਪਾ ਕਰੋ ਕਿ ਤੁਸੀਂ ਸਮਰੱਥ ਹੋ, ਉਹ ਠੀਕ ਹੋ ਜਾਣਗੇ ਤਾਂ ਮੈਂ ਨਿਰਵਿਘਨ ਸੇਵਾ ਕਰੂੰਗੀ। ਜਦ ਇਹ ਜਿਹੜਾ ਬਚਨ ਸੀ ਇਹ ਮਾਈ ਹਰਨਾਮ ਕੌਰ ਨੇ ਮਹਾਂਪੁਰਖਾਂ ਨਾਲ ਸਾਂਝਾ ਕੀਤਾ। ਫਿਰ ਮਹਾਂਪੁਰਖਾਂ ਕਹਿਣ ਲੱਗੇ, ਕਹਿੰਦੇ ਚੱਲ, ਕਹਿੰਦੇ ਤੂੰ ਇਸ ਤਰ੍ਹਾਂ ਕਰਿਆ ਕਰ, ਅੱਜ ਹੈ ਨਾ ਉਹਦੇ ਮੰਜੇ ਦੇ ਕੋਲ ਇੱਕ ਪਾਣੀ ਦਾ ਘੜਾ ਰੱਖ ਲਈ ਅਤੇ ਉਸ ਘੜੇ ਨੂੰ ਕੱਪੜੇ ਨਾਲ ਢੱਕ ਕੇ ਹੈ ਨਾ ਇੱਕ ਭਾਂਡਾ ਉਹਦੇ ਉੱਤੇ ਰੱਖ ਲਈ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਨੇ ਕਿਹਾ ਸੀ ਸਵੇਰੇ ਜਦੋਂ ਉਹ ਉੱਠੂਗਾ ਜੋ ਚੀਜ਼ ਮੰਗੂਗਾ ਉਹਨੂੰ ਖਾਣ ਨੂੰ ਦੇ ਦੇ। ਦੇਖੋ ਮਾਈ ਹਰਨਾਮ ਕੌਰ ਨੇ ਇਸ ਤਰ੍ਹਾਂ ਹੀ ਕੀਤਾ। ਇੱਕ ਘੜਾ ਪਾਣੀ ਦਾ ਭਰ ਕੇ ਭਾਈ ਅਰਜਨ ਸਿੰਘ ਦੇ ਸਿਰਹਾਣੇ ਰੱਖ ਦਿੱਤਾ ਅਤੇ ਕੱਪੜਾ ਜਿਹੜਾ ਸੀ ਉਹਦੇ ਨਾਲ ਉਹਦਾ ਮੂੰਹ ਢੱਕ ਕੇ ਉੱਥੇ ਇੱਕ ਭਾਂਡਾ ਦੇ ਦਿੱਤਾ। ਉਸ ਤੋਂ ਬਾਅਦ ਦੇਖੋ ਮਹਾਂਪੁਰਖ ਜਿਹੜੇ ਸੀਗੇ ਜਦ ਅੱਧੀ ਰਾਤ ਹੋਈ ਆਪਣੇ ਸੂਖਮ ਸਰੀਰ ਰਾਹੀਂ ਭਾਈ ਅਰਜਨ ਸਿੰਘ ਦੇ ਪਾਸ ਪਹੁੰਚ ਗਏ। ਜਦ ਉੱਥੇ ਪਹੁੰਚੇ ਸੀ ਤਾਂ ਮਹਾਂਪੁਰਖਾਂ ਨੇ ਉਹਨੂੰ ਆਵਾਜ਼ਾਂ ਦਿੱਤਾ। ਆਵਾਜ਼ਾਂ ਦੇ ਕੇ ਕਹਿਣ ਲੱਗੇ, ਕਹਿੰਦੇ ਅਰਜਨ ਸਿਆ ਤਕੜਾ ਹੋ, ਅਤੇ ਨਾਲ ਹੀ ਥਾਪੀ ਦਿੱਤੀ। ਜਦੋਂ ਬਾਬਾ ਜੀ ਨੇ ਇਸ ਤਰ੍ਹਾਂ ਕੀਤੀ ਆ, ਉਹਦੀ ਜਦ ਜਾਗ ਖੁੱਲ੍ਹੀ ਆ ਅਤੇ ਉਹ ਬੜਾ ਹੈਰਾਨ ਹੋਇਆ ਕਿ ਮੈਨੂੰ ਤਾਂ ਮਹਾਂਪੁਰਖਾਂ ਨੇ ਆਵਾਜ਼ ਮਾਰੀ ਆ, ਮਹਾਂਪੁਰਖ ਕਿੱਧਰ ਚਲੇ ਗਏ। ਪਰ ਦਿਨ ਚੜ੍ਹਦਿਆਂ ਹੀ ਭਾਈ ਅਰਜਨ ਸਿੰਘ ਜਿਹੜੇ ਸੀਗੇ ਉਹ 9/9 ਹੋ ਗਏ। ਜਦੋਂ 9/9 ਹੋਏ ਉਹਨਾਂ ਨੂੰ ਇਸ ਤਰ੍ਹਾਂ ਪ੍ਰਤੀਤ ਹੋਇਆ ਕਿ ਜਿਵੇਂ ਉਹਨਾਂ ਨੂੰ ਕਿਸੇ ਚੀਜ਼ ਦੀ ਭੁੱਖ ਲੱਗੀ ਆ ਅਤੇ ਉਹਨਾਂ ਦਾ ਕੁਛ ਖਾਣ ਨੂੰ ਦਿਲ ਕਰਦਾ ਹੈ। ਫਿਰ ਉਹਨਾਂ ਨੇ ਆਪਣੀ ਪਤਨੀ ਮਾਈ ਹਰਨਾਮ ਕੌਰ ਨੂੰ ਆਵਾਜ਼ ਮਾਰੀ ਕਿ ਮੇਰਾ ਹੈ ਨਾ ਚਿੱਤ ਲੱਡੂ ਖਾਣ ਨੂੰ ਕਰਦਾ। ਫਿਰ ਦੇਖੋ ਮਾਈ ਨੇ ਜਿਹੜਾ ਸੀਗਾ ਉਹ ਇੱਕ ਲੱਡੂ ਲਿਆ ਕੇ ਜਦ ਉਹਨਾਂ ਨੇ ਦਿੱਤਾ, ਜਦ ਉਹਨਾਂ ਨੇ ਉਹ ਲੱਡੂ ਛਕਿਆ ਸੀਗਾ, ਉਸ ਤੋਂ ਬਾਅਦ ਬਸ ਫਿਰ ਉਹ ਜਿਹੜੇ ਸੀ 1-2 ਦਿਨਾਂ ਦੇ ਵਿੱਚ ਕਮਜ਼ੋਰੀ ਤੋਂ ਬਾਅਦ ਬਿਲਕੁਲ 9/9 ਹੋ ਗਏ ਸੀਗੇ। ਉਸ ਤੋਂ ਬਾਅਦ ਜਦ ਇਹ ਜਿਹੜਾ ਸਾਰਾ ਪਰਿਵਾਰ ਫੇਰ ਸੇਵਾ ਕਰਨ ਲੱਗ ਪਿਆ ਅਤੇ ਫਿਰ ਇੱਕ ਦਿਨ ਜਿਹੜੇ ਸੀਗੇ ਇਹਨਾਂ ਨੇ ਮਹਾਂਪੁਰਖਾਂ ਦੇ ਪਾਸ ਬਚਨ ਕੀਤਾ। ਕਹਿੰਦੇ ਮਹਾਂਪੁਰਖੋ ਵੀ ਆਪ ਦੀ ਕਿਰਪਾ ਦੇ ਨਾਲ ਕਮਾਈ ਤਾਂ ਬਹੁਤ ਹੁੰਦੀ ਆ ਪਰ ਬਰਕਤ ਨਹੀਂ ਹੁੰਦੀ। ਜਦ ਇੰਨੀ ਗੱਲ ਹੋਈ ਹੈ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਅਰਜਨ ਸਿਆ ਵੀ ਤੂੰ ਇਸ ਤਰ੍ਹਾਂ ਕਰ, ਸਾਡੇ ਕੋਲ ਰਹਿ ਕੇ ਸੇਵਾ ਕਰ ਲਾ।
ਜਦ ਇੰਨੀ ਗੱਲ ਹੋਈ ਹੈ ਤਾਂ ਭਾਈ ਅਰਜਨ ਸਿੰਘ ਕਹਿਣ ਲੱਗੇ, ਕਹਿੰਦੇ ਮਹਾਂਪੁਰਖੋਂ ਮੈਂ ਇਕੱਲਾ ਹੈਗਾ ਅਤੇ ਇਸ ਕਰਕੇ ਮੈਂ ਘਰ ਛੱਡ ਨਹੀਂ ਸਕਦਾ, ਸੇਵਾ ਤਾਂ ਮੈਂ ਆਪਦੀ ਜ਼ਰੂਰ ਕਰਦਾ ਰਹੂੰਗਾ ਅਤੇ ਤੁਸੀਂ ਕਿਰਪਾ ਕਰੋ ਵੀ ਸਾਡੇ ਘਰ ਦੇ ਵਿੱਚ ਹੈ ਨਾ ਜਿਹੜੀ ਗਰੀਬੀ ਹੈਗੀ ਆ ਉਹ ਸਾਡਾ ਖਹਿੜਾ ਛੱਡ ਦੇਵੇ। ਜਦ ਇਹ ਬਚਨ ਕੀਤਾ ਸੀ ਫਿਰ ਮਹਾਂਪੁਰਖਾਂ ਨੇ ਹੈ ਨਾ ਇਹਦੀ ਘਰਵਾਲੀ ਨੂੰ 4 ਆਨੇ ਦਿੱਤੇ ਸੀ। ਕਹਿੰਦੇ ਆ ਲੈ 4 ਆਨੇ ਖਜ਼ਾਨਾ, ਇਹ ਤੂੰ ਆਪਣੇ ਘਰ ਸਾਂਭ ਕੇ ਰੱਖੀ, ਇਹਦੇ ਨਾਲ ਤੇਰੀ ਆਈ ਚਲਾਈ ਜ਼ਰੂਰ ਬਣੀ ਰਹੂਗੀ। ਦੇਖੋ ਇਸ ਪਰਿਵਾਰ ਨੇ ਜਦ 4 ਆਨੇ ਆਪਣੇ ਘਰ ਦੇ ਵਿੱਚ ਰੱਖੇ ਸੀ, ਉਸ ਤੋਂ ਬਾਅਦ ਇਹਦਾ ਪੁੱਤਰ ਸੀਗਾ, ਉਹ ਜਿਹੜਾ ਪੁੱਤਰ ਸੀ ਭਾਈ ਅਰਜਨ ਸਿੰਘ ਹੋਣਾ ਦਾ, ਉਹ 4 ਆਨੇ ਚੱਕ ਕੇ ਜਿਹੜਾ ਸੀ ਉਹ ਦੁਕਾਨ 'ਤੇ ਚਲਾ ਗਿਆ। ਉਹਨੇ ਜਾ ਕੇ ਉੱਥੇ 4 ਆਨੇ ਦੁਕਾਨਦਾਰ ਵਾਲੇ ਨੂੰ ਦੇ ਕੇ ਉੱਥੋਂ ਹੈ ਨਾ ਸਿਗਰਟਾਂ ਬੀੜੀਆਂ ਦੀ ਡੱਬੀ ਲੈ ਲਈ। ਜਦ ਉਹ ਸਿਗਰਟਾਂ ਬੀੜੀਆਂ ਲੈ ਲਈਆਂ, ਉਸ ਤੋਂ ਬਾਅਦ ਉਹਨੇ ਬੀੜੀਆਂ ਪੀੜੀਆਂ ਸ਼ੁਰੂ ਕਰ ਦਿੱਤੀਆਂ। ਲੇਕਿਨ ਦੇਖੋ ਜਿਹੜਾ ਮਹਾਂਪੁਰਖਾਂ ਦਾ ਹੱਥਾਂ ਦੇ ਦਿੱਤੇ 4 ਆਨੇ ਸੀਗੇ ਉਹ ਤਾਂ ਉਹਨੇ ਦੁਕਾਨਦਾਰ ਨੂੰ ਦੇ ਦਿੱਤੇ, ਪਰ ਜਿਸ ਹੱਥ ਦੇ ਨਾਲ ਉਹਨੇ ਇਹ ਸਿਗਰਟਾਂ ਬੀੜੀਆਂ ਲਈਆਂ ਸੀਗੀਆਂ, ਸਮਾਂ ਪਾ ਕੇ ਉਹ ਹੱਥ ਉਹਦਾ ਜਿਹੜਾ ਸੀ ਉਹ ਕੱਟਿਆ ਗਿਆ ਸੀ ਇਹ ਘਟਨਾ ਦੇ ਵਿੱਚ। ਸੋ ਇਸੇ ਤਰ੍ਹਾਂ ਹੈ ਨਾ ਇੱਕ ਭਾਈ ਅਨੋਖ ਸਿੰਘ ਹੋਏ ਆ ਅਤੇ ਉਹਨਾਂ ਦੀ ਜਿਹੜੀ ਘਰਵਾਲੀ ਸੀ ਉਹਨਾਂ ਦਾ ਨਾਂ ਸੀ ਰਤੋ। ਇਹ ਜਿਹੜੇ ਸੀਗੇ ਇਹ ਭੁੱਚੋ ਨਗਰ ਦੇ ਸੀਗੇ। ਇਹ ਦੋਨੇ ਜਿਹੜੇ ਸੀ ਹੈ ਨਾ ਸੇਵਾ ਕਰਦੇ ਹੁੰਦੀ ਸੀ ਉਹਨਾਂ ਟਾਈਮਾਂ ਦੇ ਵਿੱਚ। ਇੱਕ ਦਿਨ ਹੈ ਨਾ ਬੀਬੀ ਰਤੋ ਨੇ ਮਹਾਂਪੁਰਖਾਂ ਦੇ ਪਾਸ ਸਮਾਂ ਜਾਣ ਕੇ ਬੇਨਤੀ ਕੀਤੀ, ਕਹਿੰਦੇ ਮਹਾਂਪੁਰਖੋ ਸਾਡੇ ਕੋਈ ਬੱਚਾ ਨਹੀਂ ਆ, ਤੁਸੀਂ ਕਿਰਪਾ ਕਰੋ। ਜਦ ਇੰਨੀ ਗੱਲ ਹੋਈ ਤਾਂ ਮਹਾਂਪੁਰਖ ਹੱਸ ਕੇ ਕਹਿਣ ਲੱਗੇ, ਕਹਿੰਦੇ ਬੱਚਿਆਂ ਦੀ ਕਿਹੜੀ ਗੱਲ ਵਾ, ਬੱਚਿਆਂ ਦੀ ਤਾਂ ਘਰ ਦੇ ਵਿੱਚ ਪਲਟਨ ਆ ਜਾਊਗੀ। ਦੇਖੋ ਮਹਾਂਪੁਰਖਾਂ ਦਾ ਬਚਨ ਨਿਕਲਿਆ। ਮਾਈ ਰਤੋ ਦੇ ਐਸੀ ਕਿਰਪਾ ਹੋਈ ਕਿ ਸਮਾਂ ਪਾ ਕੇ ਦੇ 6 ਬੱਚੇ ਹੋਏ। ਇੱਕ ਦਾ ਨਾਂ ਸੀ ਨਿਧਾਨ ਸਿੰਘ, ਇੱਕ ਦਾ ਨਾਂ ਸੀ ਮੱਲ ਸਿੰਘ, ਇੱਕ ਦਾ ਨਾਂ ਭਾਗ ਸਿੰਘ, ਇੱਕ ਦਾ ਨਾਂ ਅਰਜਨ ਸਿੰਘ, ਇੱਕ ਦਾ ਨਾਂ ਸਰਬਣ ਸਿੰਘ ਅਤੇ ਇੱਕ ਦਾ ਨਾਮ ਬਖਸ਼ੀ ਸਿੰਘ। ਦੇਖੋ ਜਦ ਪਰਿਵਾਰ ਜਿਹੜਾ ਸੀ ਕਾਫੀ ਵਧਿਆ, ਉਸ ਤੋਂ ਬਾਅਦ ਇਹ ਫਿਰ ਪਰਿਵਾਰ ਜਿਹੜਾ ਸੀਗਾ ਹੌਲੀ ਹੌਲੀ ਜਦ ਵਿਆਹਿਆ ਗਿਆ, ਉਸ ਤੋਂ ਬਾਅਦ ਫਿਰ ਇਹ ਮਾਈ ਰਤੋ ਜਿਹੜੀ ਸੀ ਆਪਣੀਆਂ ਨੌਹਾਂ ਨੂੰ ਨਾਲ ਲੈ ਕੇ ਇਹ ਮਹਾਂਪੁਰਖਾਂ ਦੀ ਸੇਵਾ ਦੇ ਵਿੱਚ ਰੁੱਝੀ ਰਹੀ ਅਤੇ ਆਪਣੀਆਂ ਨੇ ਨੌਹਾਂ ਨੂੰ ਕਹਿਣਾ ਕਿ ਦੇਖੋ ਮੈਨੂੰ ਵੀ ਸਾਰਾ ਕੁਛ ਇਸੇ ਸਥਾਨ ਤੋਂ ਮਿਲਿਆ, ਤੁਸੀਂ ਵੀ ਸੇਵਾ ਕਰੋ ਅਤੇ ਤੁਹਾਨੂੰ ਵੀ ਇਸੇ ਸਥਾਨ ਤੋਂ ਸਭ ਕੁਝ ਪ੍ਰਾਪਤ ਹੋ ਜਾਊਗਾ। ਇਹਦੀ ਨੂੰਹ ਉਹਨਾਂ ਟਾਈਮਾਂ ਦੇ ਵਿੱਚ ਪੰਜਾਬ ਕੌਰ ਅਤੇ ਦੂਸਰੀ ਬਚਨ ਕੌਰ, ਇਹ ਵੀ ਆਪਣੀ ਸੱਸ ਨੂੰ ਨਾਲ ਲੈ ਕੇ ਕਾਫੀ ਸੇਵਾ ਕਰਦੀਆਂ ਰਹੀਆਂ। ਉਸ ਤੋਂ ਬਾਅਦ ਦੇਖੋ ਮਹਾਂਪੁਰਖਾਂ ਦੀ ਕਿਰਪਾ ਦ੍ਰਿਸ਼ਟੀ ਹੋਈ, ਇਹਨਾਂ ਦੋਨਾਂ ਦੇ ਵੀ 2 ਲੜਕੇ ਹੋਏ, 2 ਲੜਕੀਆਂ ਹੋਈਆਂ। ਇਸ ਤਰ੍ਹਾਂ ਕਰਦੇ ਕਰਦੇ ਜਿਹੜਾ ਬਾਕੀ ਪਰਿਵਾਰ ਸੀ ਉਹਨਾਂ ਉੱਤੇ ਵੀ ਮਹਾਂਪੁਰਖਾਂ ਦੀ ਬੜੀ ਕਿਰਪਾ ਹੋਈ ਸੀ। ਇਸ ਤਰ੍ਹਾਂ ਸਾਰੀ ਸੰਗਤ ਜਾਣਦੀ ਆ ਕਿ ਜਦੋਂ ਕੋਈ ਲੰਗਰ ਬਾਹਰੋਂ ਆਉਂਦਾ ਸੀਗਾ ਹੈ ਨਾ, ਅਤੇ ਜਦ ਉਹਨੂੰ ਵਰਤਾਉਣ ਦੀ ਆਗਿਆ ਹੁੰਦੀ ਸੀ ਤਾਂ ਪਹਿਲਾਂ ਮਹਾਂਪੁਰਖਾਂ ਨੂੰ ਪੁੱਛਿਆ ਜਾਂਦਾ ਸੀਗਾ ਵੀ ਇਹ ਲੰਗਰ ਵਰਤਾਈਏ ਜਾਂ ਨਾ ਵਰਤਾਈਏ। ਅਤੇ ਬਾਬਾ ਜੀ ਉਸ ਲੰਗਰ ਨੂੰ ਦੇਖਦੇ ਸਾਰੀ ਕਹਿੰਦੇ ਭਾਈ ਇਹ ਸ਼ੁੱਧ ਵਾ, ਇਹਨੂੰ ਸੰਗਤ ਦੇ ਵਿੱਚ ਵਰਤਾ ਦਿਓ। ਪਰ ਕਈ ਵਾਰ ਇਹ ਹੁੰਦਾ ਸੀਗਾ ਕਿ ਲੰਗਰ ਥੋੜ੍ਹਾ ਹੁੰਦਾ ਸੀਗਾ, ਸੰਗਤ ਬਹੁਤ ਜ਼ਿਆਦਾ ਹੁੰਦੀ ਸੀ। ਪਰ ਕਈਆਂ ਪ੍ਰੇਮੀਆਂ ਦੇ ਮਨ ਦੇ ਵਿੱਚ ਇਹ ਕੁਦਰਤੀ ਵਿਚਾਰ ਆ ਜਾਂਦਾ ਵੀ ਲੰਗਰ ਬਹੁਤ ਥੋੜ੍ਹਾ ਹੈਗਾ ਪਰ ਸੰਗਤ ਬਹੁਤ ਜ਼ਿਆਦਾ ਹੈਗੀ ਆ। ਪਰ ਜਦੋਂ ਮਹਾਂਪੁਰਖ ਕਹਿੰਦੇ ਸੀ ਭਾਈ ਇਹ ਸ਼ੁੱਧ ਵਾ, ਤਾਂ ਉਹ ਸਾਰਾ ਲੰਗਰ ਬੜੇ ਹੀ ਆਸਾਨੀ ਦੇ ਨਾਲ ਪੂਰੀ ਸੰਗਤ ਦੇ ਵਿੱਚ ਵਰਤਾਇਆ ਜਾਂਦਾ ਸੀਗਾ। ਉਸ ਤੋਂ ਬਾਅਦ ਦੇਖੋ ਜਦ ਇਹ ਕਲਾ ਵਰਤਦੀ ਹੁੰਦੀ ਸੀ ਤਾਂ ਬਹੁਤ ਸਾਰੇ ਪ੍ਰੇਮੀ ਦੇਖ ਕੇ ਹੈਰਾਨ ਰਹਿੰਦੇ ਸੀਗੇ। ਸੋ ਇਸ ਤਰ੍ਹਾਂ ਹੈ ਨਾ ਉਹਨਾਂ ਟਾਈਮਾਂ ਦੇ ਵਿੱਚ ਇੱਕ ਧੰਨਾ ਭਗਤ ਜਦੋਂ ਮਹਾਂਪੁਰਖਾਂ ਦੀ ਸੇਵਾ ਕਰਦੇ ਹੁੰਦੇ ਸੀ ਤਾਂ ਉਹਨਾਂ ਨੂੰ ਇਹ ਭਰਮ ਵੀ ਪੈ ਗਿਆ ਕਿ ਭਾਈ ਕਈ ਵਾਰ ਲੰਗਰ ਬਹੁਤ ਥੋੜ੍ਹਾ ਹੁੰਦਾ ਹੈ ਲੇਕਿਨ ਸੰਗਤ ਵੱਧ ਜਾਂਦੀ ਆ। ਇਸ ਕਰਕੇ ਭਾਈ ਧੰਨਾ ਸਿੰਘ ਹੋਣੀ ਜਿਹੜੇ ਸੀ ਉਹਨਾਂ ਟਾਈਮਾਂ ਦੇ ਵਿੱਚ ਉਹਨਾਂ ਨੇ ਕੀ ਕਰਨਾ, ਲੰਗਰ ਦੇ ਵਿੱਚੋਂ ਦਾਲ ਅਤੇ ਪ੍ਰਸ਼ਾਦੇ ਕੁਛ ਲੁਕੋ ਕੇ ਵੱਖਰੇ ਇੱਕ ਜਗ੍ਹਾ ਰੱਖ ਲੈਣੇ। ਜਦ ਵੱਖਰੇ ਇੱਕ ਜਗ੍ਹਾ ਰੱਖ ਲੈਣੇ ਤਾਂ ਮਹਾਂਪੁਰਖਾਂ ਨੇ ਕਈ ਵਾਰੀ ਉਹਦੇ ਜਿਹੜੇ ਵੱਖਰੇ ਰੱਖੇ ਹੋਏ ਪ੍ਰਸ਼ਾਦੇ ਜਿਹੜੇ ਸੀ ਉਹ ਸੇਵਕ ਨੂੰ ਕਹਿ ਕੇ ਇੱਕ ਪਾਸੇ ਕਢਾ ਲੈਣੇ। ਕਢਾ ਕੇ ਭਾਈ ਧੰਨਾ ਸਿੰਘ ਨੂੰ ਸਮਝਾਉਣਾ, ਕਹਿਣਾ ਭਾਈ ਇਹ ਗੁਰੂ ਨਾਨਕ ਦਾ ਘਰ ਵਾ, ਇੱਥੇ ਕਿਸੇ ਚੀਜ਼ ਦੀ ਟੋਟ ਨਹੀਂ ਆ। ਅਤੇ ਭਾਈ ਧੰਨਾ ਸਿੰਘ ਨੂੰ ਕਹਿਣਾ ਤੂੰ ਆਪਣੇ ਢਿੱਡ ਨੂੰ ਭਰਨ ਦਾ ਫਿਕਰ ਨਾ ਕਰਿਆ ਕਰ। ਪਰ ਦੇਖੋ ਭਾਈ ਧੰਨਾ ਸਿੰਘ ਦੀ ਆਦਤ ਉਸ ਤਰ੍ਹਾਂ ਦੀ ਰਹੀ ਆ, ਉਹਨੂੰ ਵਾਰ-ਵਾਰ ਸਮਝਾਉਣ ਦੇ ਉੱਤੇ ਵੀ ਉਹਦੇ ਉੱਤੇ ਕੋਈ ਅਸਰ ਨਹੀਂ ਹੋਣਾ। ਪਰ ਇੱਕ ਵਾਰ ਕੀ ਹੋਇਆ ਕਿ ਜਦੋਂ ਭਾਈ ਧੰਨਾ ਸਿੰਘ ਇੱਕ ਵਾਰੀ ਉੱਥੇ ਬੈਠਾ ਮਹਾਂਪੁਰਖਾਂ ਦੇ ਕੋਲ ਅਤੇ ਬਾਬਾ ਜੀ ਨੇ ਕਿਹਾ ਕਹਿੰਦੇ ਧੰਨਾ ਭਗਤ ਅੱਜ ਇਸ ਤਰ੍ਹਾਂ ਕਰਨੀ ਆ, ਅੱਜ ਰਾਤ ਨੂੰ ਤਾਂ ਪਹਿਰੇ 'ਤੇ ਰਹਿਣਾ ਹੈਗਾ ਅਤੇ ਸਾਰੀ ਰਾਤ ਸੌਣਾ ਨਹੀਂ, ਜਾਗਦੇ ਰਹਿਣਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਧੰਨਾ ਕਹਿੰਦਾ ਜੀ ਠੀਕ ਆ। ਉਸ ਤੋਂ ਬਾਅਦ ਜਦ ਧੰਨਾ ਸਿੰਘ ਪਹਿਰੇ 'ਤੇ ਬੈਠਾ ਅਤੇ ਜਦ ਇਹਨੇ ਕੀ ਦੇਖਿਆ ਕਿ ਇਹਨੇ ਇੱਕ ਬਹੁਤ ਹੀ ਅਜੀਬੋ ਗਰੀਬ ਚੀਜ਼ ਜਿਹੜੀ ਸੀ ਜਦ ਦੇਖੀ ਆ, ਦੇਖਣ ਤੋਂ ਬਾਅਦ ਇਹ ਬੜਾ ਹੈਰਾਨ ਹੋਇਆ ਅਤੇ ਅਚਨਚੇਤ ਮਹਾਂਪੁਰਖੇ ਦੇ ਪਾਸ ਆ ਕੇ ਕਹਿਣ ਲੱਗੇ, ਕਹਿੰਦੇ ਧੰਨਾ ਸਿਆਂ ਕੀ ਗੱਲ ਹੋਈ, ਸੁੱਤਾ ਕਿ ਜਾਗਦਾ? ਅਤੇ ਭਾਈ ਧੰਨਾ ਸਿੰਘ ਕਹਿੰਦੇ ਮਹਾਰਾਜ ਮੈਂ ਜਾਗਦਾ। ਅਤੇ ਬਾਬਾ ਜੀ ਕਹਿਣ ਲੱਗੇ ਧੰਨਾ ਸਿਆਂ ਕੀ ਗੱਲ ਹੋਈ? ਤਾਂ ਧੰਨਾ ਸਿੰਘ ਕਹਿਣ ਲੱਗਾ ਜੀ ਮੇਰੀ ਇੱਕ ਭੈਣ ਹੈਗੀ ਆ ਜਿਹੜੀ ਮੈਨੂੰ ਦਿਖਾਈ ਦੇ ਰਹੀ ਆ। ਸੋ ਇਹ ਜਿਹੜੀ ਮੇਰੀ ਭੈਣ ਹੈ ਇਹ ਆਪਣੇ ਹੱਥਾਂ 'ਤੇ ਦੰਦੀਆਂ ਵੱਢਦੀ ਆ।
जद इन्नी गल हुई तो बाबा जी कहन लगे, कहते कोई गल नहीं, वो तेनों कुछ नहीं आखूगी क्योंकि वो अपना खाना आप ही खाऊगी, इस करके तेनों कोई फिक्र करने की लोड़ नहीं है। सो उस तो बाद फिर वो जिहड़ा दृश्य सीगा अलोप हो गया। इस तरह करते करते धन्ना सिंह तो जिहड़ा इस तरह सेवा करता रहा। एक दिन महापुरख अपनी मौज 'च आए। मौज 'च आके भाई धन्ना सिंह नूं कहण लगे, कहंदे धन्ना सिंह दस तैनूं किहो जिहा साधु बनाईए, तैनूं सन्यासी बनाईए, बैरागी बनाईए, दासी बनाईए, जोगी बनाईए, ऋषि मुनि बनाईए। जद महापुरखां ने पुछया, पर भाई धन्ना सिंह जिहड़े सी उन्हां नूं इन्हां गल्लां दा कोई इल्म ज्ञान नहीं सीगा। जद इल्म ज्ञान नहीं सीगा तो उन्हें सुत्ते से दी कहता, कहंदे महापुरखो मैं तो बस तुर फिर के मेला ही देखा करूँगा। जद इन्नी गल हुई तो बाबा जी उहदी ये गल सुन के हस पे, हस के कहण लगे, चंगा भाई असीं तां सोचा सीगा कि तैनूं कुछ उच्ची उपाधि देईए, पर तूं तुर फिर के मेला देखना ही पसंद करदा हैगा, जिवें तेरी मर्जी है। जद इन्नी गल होई सी तो महापुरखां ने आख्या सी, कहंदे भाई मेला तां तूं जरूर तुर फिर के देखूँगा, पर 9 को वार्ड तो उरे तैनूं रोटी नसीब नहीं होनी है। जदों 9 को वार्ड तो जड़ अगे जाऊँगा उस तो बाद ही तैनूं प्रशादा हासिल होया करे। जद महापुरखां नाल ये भी वचन कीता, उस तो बाद दसदे आ कि धन्ना सिंह जिहड़ा सीगा वो तुरदा फिरदा रहा अपने जीवन दे विच, किते भी एक जगह 2 रातां जिहड़ा सी वो नहीं टिकिया है। बस एक रात रह के अगे जिहड़ा सीगा वो जांदा हुंदा सीगा। उस तो बाद जद फिर 9 को वार्ड जिहड़ी सीगी वो पार कर जांदा सीगा, उस तो बाद ही इस नूं जिहड़ा सी वो प्रशादा नसीब हुंदा सीगा। इस तरह संगत जद महापुरखां दे दर्शन करन आउंदी सी, उन्हां टाइमां दे विच महापुरख जो भी प्रेमी आउंदा सीगा ते ओहदा जिन्ना भी नाम सरनामा पता नानके दादके आले दुआले जो भी रिश्तेदार सीगे उन्हां दे नाम महापुरख जिहड़े सी वो लिखाउंदे हुंदे सी। इस तरह बहुत सारियां जिहड़ियां बोरियां हैगियां इस तरह सरनामे पतिਆਂ ਦੀਆਂ ਇਹ महापुरखां ਦੇ ਸਥਾਨ ਦੇ ਵਿੱਚ ਅੱਜ भी ਪਈਆਂ ਹੈਗੀਆਂ। जद उस तरह बंद है जिन्ने भी महापुरख आए आ, किसी ने भी ये जिहड़ियां बंद बोरियां है इस नूं देखण दा यतन नहीं कीता। पर दसदे आ कि महापुरखां दे टाइम एक प्रेमी बाबा जी दे पास आया सी। सो उसने महापुरखां नूं पुछया सीगा, कहंदे महापुरखो भी तुसीं जो सरनामे लिखदे आ इहदा कारण की है। जद इन्नी गल हुई सी ते फिर बाबा जी ने आख्या सी, कहंदे भाई जदों है ना 96 करोड़ अखर लिखे गए, लिखण तो बाद कहंदे फिर असीं अपना शरीर छड्डांगे। फिर महापुरखां ने आख्या सी कि शरीर छड्डण तो बाद असीं जिहड़ा सी काफ़ी टाइम पुरियां दी सैर करांगे। जद कहंदे साडी पुरियां दी सैर पूरी हो जाएगी उस तो बाद फिर असीं है ना गजनी शहर दे विच फिर अपना जन्म लवांगे। उस तो बाद फिर महापुरखां ने जिहड़े सी ये भी उन्होंने दस्सिया सीगा कि जदों असीं जन्म लवांगे साडे जन्म दे नाल ही ये जिन्हां दे नाम पते एड्रैस लिखे है ना, कहंदे इन्हां दा जन्म भी साडे नाल ही होऊगा। उस तो बाद फिर कहंदे असीं अंमृतसर आवांगे, इत्थे साडा एक बड़ा भारी जंग होवेगा, जिन्ने भी जिहड़े मलेश वा कहंदे उन्हां दा नाश करन तो बाद फिर असीं अपने स्थान ते आवांगे, पर कोई भी सानूं पछाणूगा नहीं, सारे सानूं राजा ही जानणगे। उस तो बाद फिर महापुरखां ने कहा सीगा कि जिस स्थान ते असीं आवांगे इत्थे 3 मंजिला जिहड़ी उस कोठी जिहड़ी आ उन्हां टाइमां 'च बणी होऊगी ते उस टाइम फिर धर्म दा राज होऊगा। सो इत जिहड़े भविख वचन सी महापुरखां ने जिहड़े सीगे वो अपने कुछ प्रेमियों ने साझे कीते सी। सो दास इन्ने ही बचन करदा होया खेमा दा जाचको जी होइयां बेअंत भुल्लां चुक्कां दी खेमा बख्शणी। सो फतेह बुलाओ। वाहिगुरू जी का खालसा वाहिगुरू जी की फतेह।